जी अस्सलामुअलैकुम बिस्मिल्लाहिर्रहमानिर्रहीम अल्लाहुम्मा सल्ली अला मुहम्मद वाला आले मुहम्मद। ਵੈਲਕਮ ਟੂ ਨਿਊ ਵਲੌਗ। ਮੈਂ ਹਾਂ ਸ਼ਾਹਦ ਅਲ ਹਨੀਫ। ਤੁਸੀਂ ਦੇਖਦੇ ਪਏ ਹੋ YouTube ਚੈਨਲ ਰਾਈਮ ਵਲੌਗ 5060 ਰਾਈਮ ਵਲੌਗ 5060। ਉਮੀਦ ਆ ਦੋਸਤੋ ਤੁਸੀਂ ਸਾਰੇ ਖੈਰ ਖਰੀਏ ਨਾਲ ਹੋਵੋਗੇ। ਬਾਕੀ ਚੱਲਦੇ ਆ ਨਵੇਂ ਔਰ ਮਜ਼ੇਦਾਰ ਵਲੌਗ ਵਾਲੇ ਬੰਨੇ ਨੂੰ। ਉਸ ਤੋਂ ਪਹਿਲੋਂ ਜਿਨ੍ਹਾਂ ਨਾਲ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ, ਕਿਉਂਕਿ ਆਉਣ ਵਾਲੀ ਵੀਡੀਓ ਵੀ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਵੇ। ਬਾਕੀ ਸਬਸਕ੍ਰਾਈਬ ਔਰ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰਿਆ ਕਰੋ, ਠੀਕ ਹੈ। ਤੇ ਬਾਕੀ ਇਨਸ਼ਾਅੱਲਾ ਤੁਹਾਨੂੰ ਮਜ਼ੇਦਾਰ ਵਲੋਗ ਦਿੰਦੇ ਰਵਾਂਗੇ। ਅੱਜ ਹੈਗੀ ਹੈ ਇੱਕ ਦਾਵਤ ਛੋਟੀ ਜੀ, ਠੀਕ ਆ। ਤੇ ਉਹ ਕੋਈ ਦੋਸਤ ਆ ਇੱਥੇ ਉਹਨੇ ਕੀਤੀ ਹੋਈ ਆ, ਉਹਦਾ ਫੋਨ ਆਇਆ ਹੋਇਆ ਦੁਪਹਿਰ ਦਾ ਹੀ। ਤੇ ਉਹ ਕਹਿੰਦਾ ਸੀ ਵੀ ਸ਼ਾਮੀ ਰੋਟੀ ਮੇਰੇ ਕੋਲ ਆ ਤੇ ਮੈਂ ਤੁਹਾਡੀ ਦਾਵਤ ਕਰ ਰਿਹਾ। ਤੇ ਬਾਕੀ ਸ਼ਾਮੀ ਜਾਣਾ ਵਾ ਦਾਵਤ ਤੇ। ਐਸੀ ਗੱਲੋਂ ਮੈਂ ਅੱਜ ਬਲੌਗ ਸ਼ਾਮ ਨੂੰ ਹੀ ਸਟਾਰਟ ਕਰ ਲਿਆ। ਮੈਂ ਕਿਹਾ ਚਲੋ ਕੋਈ ਥੋੜ੍ਹੇ ਬਹੁਤੇ ਸੀਨ ਉੱਥੋਂ ਹੀ ਲੈ ਲਾਂਗੇ ਦਾਵਤ ਵਾਲੇ ਵੀ। ਤੇ ਜੇ ਉੱਥੇ ਕੋਈ ਹੋਰ ਪਾਰਟੀ ਨਾ ਹੋਈ ਤਾਂ ਉਮੀਦ ਆ ਪਾਰਟੀ ਕੋਈ ਨਹੀਂ ਹੋਣੀ, ਤੇ ਅਸੀਂ 1-2 ਜਣੇ ਜਾਂ 3 ਜਣੇ ਹੋਵਾਂਗੇ ਬਸ। ਤੇ ਬਾਕੀ ਦੇਖਾਂਗੇ ਸੂਰਤ ਹਾਲ। ਜੇ ਉੱਥੇ ਸੀਨ ਲਏ ਹੋਏ ਤਾਂ ਲਵਾਂਗੇ। ਬਲੌਗ ਮੈਂ ਸਟਾਰਟ ਕਰ ਲਿਆ ਵਾ, ਬਾਕੀ ਹੌਲੀ ਕੰਟੀਨਿਊ ਕਰਾਂਗੇ ਇਹਨੂੰ ਵੀ। ਤੇ ਅੱਜ ਨਾ ਹੋਏ ਤਾਂ ਸੁਬਾਹ ਕਰ ਲਾਂਗੇ ਇਨਸ਼ਾਅੱਲਾ। ਕਰਨਾ ਤਾਂ ਹੈ ਹੀ ਆ ਨਾ, ਬਲੌਗ ਤੇ ਪੂਰਾ ਕਰਨਾ ਆ। ਤੇ ਬਾਕੀ ਬਾਹਰ ਨਿਕਲੇ ਹੋਏ ਆ। ਸ਼ਾਮ ਦਾ ਮਾਹੌਲ ਇੱਦਾਂ ਦਾ ਵਾ ਇੱਥੋਂ ਦਾ, ਦੁਕਾਨਾਂ ਦਾ। ਸ਼ਾਮ ਦਾ ਮਾਹੌਲ ਤੁਹਾਨੂੰ ਦਿਖਾਉਣਾ ਵਾ ਇੱਥੋਂ ਦਾ, ਨੇੜੇ ਦਾ। ਮੈਂ ਜਾ ਰਿਹਾ ਸੀ ਜਿਮ, ਕਿਉਂਕਿ ਮੈਡਮ ਮੇਰੀ ਜਿਮ ਕਰਦੀ ਹੈ, ਜਿਮ ਜਾਂਦੀ ਆ ਤੇ ਉਹਨੂੰ ਲੈਣ ਜਾਂਦੇ ਆ। ਤੇ ਇੱਦਾਂ ਦਾ ਹਿਸਾਬ ਕਿਤਾਬ ਆ। ਮੈਂ ਕਿਹਾ ਚਲੋ ਵਲੋਗ ਸਟਾਰਟ ਕਰ ਲਈਏ, ਹੌਲੀ ਕੰਟੀਨਿਊ ਹੁੰਦਾ ਰਹੂਗਾ। ਬਾਕੀ ਅਸੀਂ ਵੀ ਹੌਲੀ ਜੁੜੇ ਹੋਏ ਆ, ਲੱਗੇ ਹੋਏ ਆ ਰਹੇ ਤੇ ਲੱਗੇ ਰਹਾਂਗੇ। ਕਿਉਂਕਿ ਵਲੋਗ ਸਟਾਰਟ ਹੋਵੇ ਨਾ ਫਿਰ ਬੰਦਾ ਪੂਰਾ ਵੀਕ ਕਰ ਲੈਂਦਾ ਵਾ। ਜੇ ਸਟਾਰਟ ਹੀ ਨਾ ਕੀਤਾ ਹੋਵੇ ਫਿਰ ਉਹਨੂੰ ਪੂਰਿਆਂ ਕੀ ਕਰਨਾ। ਗੱਲ ਤਾਂ ਹੈਗੀ ਨਾ ਸਟਾਰਟ ਦੀ। ਜਦੋਂ ਸਟਾਰਟ ਹੋ ਜਾਵੇ ਫਿਰ ਬੰਦਾ ਬਣਾ ਹੀ ਲੈਂਦਾ ਵਾ। ਤੇ ਬਾਕੀ ਇੱਥੇ ਨੂੰ ਥੋੜ੍ਹਾ ਜਿਹਾ ਰਸ਼ ਸੀਗਾ। ਮੈਂ ਇਸੇ ਗੱਲੋਂ ਨਾ ਕੈਮਰਾ ਸਿੱਧਾ ਕਰ ਲਿਆ। ਇੱਧਰ ਬਿਲਡਿੰਗਾਂ ਸਾਰੀਆਂ ਦੇ ਵਿੱਚ ਦੇਖੋ। ਇੱਥੇ ਇੱਕ ਹੈਗਾ ਵੀ ਜਿੰਨੀਆਂ ਵੀ ਜਿਹੜੀ ਵੀ ਬਿਲਡਿੰਗ ਹੋਏਗੀ ਨਾ ਉਹਨੂੰ ਲਾਈਟਾਂ ਇੱਦਾਂ ਲੱਗੀਆਂ ਹੋਣਗੀਆਂ, ਬਾਹਰੋਂ ਚਮਕਦੀਆਂ ਹੋਣਗੀਆਂ। ਤੇ ਇੱਧਰ ਵੀ ਦੇਖ ਲਓ ਪਾਉਂਦੇ। ਇਹ ਇੱਥੇ ਦੇ ਇਹੀ ਹਿਸਾਬ ਕਿਤਾਬ ਆ। ਲਾਈਟਾਂ ਜਿੱਥੇ ਵੀ ਬਿਲਡਿੰਗ ਹੋਊਗੀ ਨਾ ਲਾਈਟਾਂ ਚਮਕਦੀਆਂ ਹੋਣਗੀਆਂ ਉਹਦੀਆਂ ਬਾਹਰ। ਤੇ ਇੱਦਾਂ ਦਾ ਮਾਹੌਲ ਸੀਗਾ। ਬਾਕੀ ਲਾਈਟਾਂ ਇੰਨੀਆਂ ਰੋਡਾਂ 'ਤੇ ਵੀ ਲਾਈਟਾਂ ਹੀ ਲੱਗੀਆਂ ਹੋਈਆਂ। ਇਹ ਸ਼ਾਮ ਦਾ ਹੀ ਵਲੋਗ ਸਮਝੋ ਚੱਲ ਗਿਆ। ਤੇ ਮੈਂ ਕਿਹਾ ਚਲੋ ਅੱਜ ਸ਼ਾਮ ਨੂੰ ਵੀ ਵਲੋਗ ਬਣਾ ਕੇ ਦੇਖੀਏ ਕਿੱਦਾਂ ਦਾ ਬਣਦਾ ਵਾ। ਬਾਕੀ ਮੈਨੂੰ ਤਾਂ ਫਿਲਹਾਲ ਤਾਂ ਠੀਕ ਲੱਗ ਰਿਹਾ। ਅੱਗੇ ਦੇਖੋ ਕੀ ਸੂਰਤ ਹਾਲ ਬਣਦੀ ਹੈ। ਤੇ ਇੱਥੇ ਦੇਖੋ ਜਿਹੜੀ ਵੀ ਬਿਲਡਿੰਗ ਆਊਗੀ ਨਾ ਤੁਹਾਨੂੰ ਉਹਦੇ 'ਤੇ ਲਾਈਟਾਂ ਲਾਜ਼ਮੀ ਦਿਸੂਗੀਆਂ ਨਾ। ਆਹ ਦੇਖੋ ਆਹ ਬਿਲਡਿੰਗਾਂ ਹੀ ਆ। ਤੇ ਇੱਧਰ ਆ ਸਕੂਲ ਆ, ਮਦਰਸਾ ਹੈ ਇੱਕ। ਆਹ ਮਦਰਸਾ ਹੈ ਸਾਰਾ ਹੀ। ਆਹ ਇਹਦਾ ਦਰਵਾਜ਼ਾ ਆ। ਆਹ 4 ਨੰਬਰ ਦਰਵਾਜ਼ਾ ਆ। ਇਹਦੇ 6 ਦਰਵਾਜ਼ੇ ਹੈਗੇ, 6-7 ਗੇਟ ਹੈਗੇ ਇਹਦੇ। ਬਸ ਇੱਦਾਂ ਦੇ ਮਾਹੌਲ ਸੀਗੇ। ਮੈਂ ਕਿਹਾ ਚਲੋ ਸ਼ੇਅਰ ਕਰਦੇ ਤੁਰੇ ਜਾਈਏ, ਕਿਉਂਕਿ ਜੇ ਸ਼ਾਮੀ ਵੀ ਵੀਡੀਓ ਉੱਥੇ ਦਾਵਤ 'ਤੇ ਵੀ ਬਣ ਗਈ ਨਾ ਤੇ ਫਿਰ ਵਲੋਗ ਉਮੀਦ ਆ ਉੱਥੇ ਪੂਰਾ ਹੋ ਜਾਊਗਾ। 15 ਕੁ ਮਿੰਟਾਂ ਤੱਕ ਪਹੁੰਚ ਜਾਵਾਂਗੇ। ਜੇ ਨਾ ਹੋਇਆ ਤੇ ਫਿਰ ਸੁਬਾਹ ਕੰਟੀਨਿਊ ਕਰ ਲਵਾਂਗੇ। ਆਹ ਸਾਹਮਣੇ ਬਿਲਡਿੰਗ ਜਿਹੜੀ ਆ ਨਾ ਇਹ ਮੈਨੂੰ ਬੜੀ ਪਿਆਰੀ ਲੱਗਦੀ ਹੈ। ਡਿਜ਼ਾਈਨ ਜਿਹੜਾ ਨਾ ਮੈਨੂੰ ਬੜਾ ਪਿਆਰਾ ਲੱਗਦਾ। ਆਹ ਜਿਹੜਾ ਇਹਨਾਂ ਨੇ ਫਰੰਟ ਬਣਾਇਆ ਨਾ ਬੜਾ ਪਿਆਰਾ ਡਿਜ਼ਾਈਨ ਬਣਾਇਆ। ਤੇ ਬਾਕੀ ਰਾਤ ਦਾ ਮਾਹੌਲ ਇੱਦਾਂ ਦਾ ਵਾ। ਦੇਖੋ ਵੀ ਸਾਰੀਆਂ ਬਿਲਡਿੰਗਾਂ ਹੀ ਆ, ਇਹਨਾਂ ਨੂੰ ਵੀ ਇੱਦਾਂ ਹੀ ਲਾਈਟਾਂ ਲੱਗੀਆਂ ਹੋਈਆਂ। ਲਾਈਟਾਂ ਇਹ ਬਿਲਡਿੰਗ ਤੁਸੀਂ ਜਿੱਧਰ ਵੀ ਬਿਲਡਿੰਗ ਨੂੰ ਨਿਗਾਹ ਮਾਰੂਗੇ ਨਾ ਤਾਂ ਲਾਈਟਾਂ ਉੱਧਰ ਵੀ ਲਾਈਟਾਂ ਆ। ਮੈਂ ਕਿਹਾ ਚਲੋ ਥੋੜ੍ਹਾ ਜਿਹਾ ਸ਼ੂਟ ਕਰਦੇ ਜਾਂਦੇ ਆ ਯਾਰ। ਅੱਜ ਰਾਤ ਦੀ ਵੀਡੀਓ ਜਿਹੜੀ ਆ ਨਾ ਚੱਲ ਰਹੀ ਸਮਝੋ। ਆ ਵੀ ਸਾਰੀਆਂ ਬਿਲਡਿੰਗਾਂ ਹੀ ਆ, ਰਿਹਾਇਸ਼ਾਂ ਵਾਲੀਆਂ। ਮਸਲਨ ਇੱਥੇ ਲੋਕਾਂ ਨੇ ਖਰੀਦੇ ਹੋਏ ਮਕਾਨ, ਰਿਹਾਇਸ਼ਾਂ ਗੌਰਮੈਂਟ ਬਣਾ ਕੇ ਦਿੰਦੀ ਨਾ ਇਹਨਾਂ ਨੂੰ, ਜਦੋਂ ਇਹ ਫਿਰ ਖਰੀਦ ਲੈਂਦੇ ਆ। ਤੇ
ਆਹ ਸਕੂਲ ਆ, ਇਹਦੀਆਂ ਲਾਈਟਾਂ ਲੂਟਾਂ ਬੰਦ ਆ। ਇਹ ਪਤਾ ਨਹੀਂ ਕਿਉਂ ਬੰਦ ਆ। ਆਹ ਇਹ ਸਕੂਲ ਆ, ਵੈਸੇ ਇਹਦੀਆਂ ਲਾਈਟਾਂ ਲੂਟਾਂ ਬੰਦ ਕੀਤੀਆਂ ਆ। ਹੋ ਸਕਦਾ ਕੋਈ ਵੀ ਨਾ ਹੋਵੇ, ਚਲ ਗਏ ਹੁਣ ਸਾਰੇ ਛੁੱਟੀ ਕਰਕੇ। ਹਲੋ ਉਸਤਾਦ ਜੀ, ਰਾਤ ਇੱਕ ਸੀਨ ਲਿਆ ਸੀਗਾ, ਉਸ ਤੋਂ ਬਾਅਦ ਨਹੀਂ ਸੀਨ ਲਿਆ ਹੋਇਆ ਕਿਉਂਕਿ ਡਿਊਟੀ ਚਲਾ ਗਿਆ ਸੀਗਾ। ਦਾਵਤ ਤੇ ਵੀ ਸੌਂ ਕੇ ਲੇਟ ਗਿਆ। ਫਿਰ ਮੈਂ ਕਿਹਾ ਸੀਨ ਹੁਣ ਕੀ ਲੈਣਾ ਵਾ, ਤੇ ਡਿਊਟੀ ਆ ਗਈ ਸੀਗੀ ਨਾ, ਤਾਂ ਸੀ ਸੀਨ ਲਿਆ ਹੋਇਆ। ਫਿਰ ਦਾਵਤ ਤੇ ਫਿਰ ਗਿਆ ਲੇਟ, ਸਾਰਿਆਂ ਨੇ ਖਾ ਪੀ ਲਿਆ ਸੀ, ਮੇਰੇ ਜੋਗਾ ਪਿਆ ਸੀਗਾ। ਮੈਂ ਕਿਹਾ ਹੁਣ ਇਕੱਲਿਆਂ ਇੱਥੇ ਕੀ ਸੀਨ ਲੈਣੇ, ਮੈਂ ਫਿਰ ਸੀਨ ਹੀ ਨਹੀਂ ਲਿਆ। ਤੇ ਹੁਣ ਫਿਰ ਬਾਹਰ ਨਿਕਲਿਆ ਸੀਗਾ ਡਿਊਟੀ ਤੇ, ਯੂਨੀਵਰਸਿਟੀ ਛੱਡੀ ਆ, ਤੇ ਮੈਂ ਕਿਹਾ ਚਲੋ ਹੁਣ ਵਲੋਗ ਫਿਰ ਕੰਟੀਨਿਊ ਕਰੀਏ। ਹੁਣ ਕਰਦੇ ਹਾਂ ਤੁਹਾਨੂੰ ਵੈਲਕਮ ਟੂ ਨਿਊ ਵਲੋਗ, ਵੈਲਕਮ ਟੂ ਅਗਲਾ ਦਿਨ ਅਗਲਾ ਦਿਨ, ਠੀਕ ਆ। ਤੇ ਬਸ ਨਿਕਲ ਆਏ ਹੁਣ, ਅੱਲਾ ਖੈਰ ਕਰੇ। ਮੈਂ ਕਿਹਾ ਚਲੋ ਥੋੜਾ ਥੋੜਾ ਸੀਨ ਲੈਂਦੇ ਜਾਈਏ, ਵਲੋਗ ਬਣਦਾ ਜਾਊਗਾ। ਆਸਾ ਜੀ ਇੱਦਾਂ ਦੇ ਮਾਹੌਲ ਸੋਲਾ ਪਹਾੜਾਂ ਦੇ ਵਿੱਚ ਤੁਰੇ ਫਿਰਦੇ ਆ। ਉੱਧਰੋਂ ਕਾਸਮ ਜੱਟ ਵੀ ਪਹਾੜਾਂ ਦੇ ਵਿੱਚ ਵੀ ਆ, ਪਹਾੜ ਵੀ ਹੈਗੇ ਨੇੜੇ ਨੇੜੇ, ਤੇ ਬਾਕੀ ਇਸ ਟਾਈਮ ਜੰਗਲ ਦੇ ਵਿੱਚ ਵਿਚਾਰਾ ਨਾ ਫਸਿਆ ਹੋਇਆ ਵਾ। ਤੇ ਉਹਦੇ ਸਿਰ ਉਹ ਚੜੇ ਖੜੇ ਆਸੇ ਪਾਸੇ, ਉਹ ਘੇਰਾ ਉਹਨੂੰ ਪਾਈ ਖੜੇ ਆ। ਹੈ ਉਹ ਵੀ ਜੰਗਲ ਦੇ ਵਿੱਚ, ਉਸੇ ਵਿੱਚ ਹੀ ਆ, ਤੇ ਉਹ ਵੀ ਉਸੇ ਜੰਗਲ ਦੇ ਵਿੱਚ ਹੀ ਆ। ਤੇ ਬਾਕੀ ਦੇਖੋ ਹੁਣ ਕੀ ਬਣਦਾ ਵਾ, ਕੀ ਸੂਰਤ ਹਾਲ ਬਣਦੀ ਆ। ਬਾਕੀ ਜੇ ਫੜਿਆ ਗਿਆ ਤਾਂ ਉਹਨਾਂ ਨੇ ਇਹਦਾ ਨਾਲ ਬਹੁਤ ਬੁਰਾ ਹਾਲ ਕਰੂਗੇ, ਕਿਉਂਕਿ ਇੱਕ ਤਾਂ ਉਹਨਾਂ ਦਾ ਸਮਾਨ ਲਿਆਇਆ ਵਾ, ਤੇ ਇੱਕ ਉਹਨਾਂ ਨੂੰ ਮਹੀਨਾ ਹੋ ਗਿਆ ਆ ਇਹ ਚੰਗਾ ਜਲੀਲ ਕੀਤੀ ਖੜਾ ਆ। ਤੇ ਬਾਕੀ ਦੇਖੋ ਹੁਣ ਕੀ ਸੂਰਤ ਹਾਲ ਬਣਦੀ ਹੈ ਇਹਦੀ। ਅੱਲਾਹ ਤਾਲਾ ਖੈਰ ਕਰੇ। ਆ ਬੰਦਾ ਮਾੜਾ ਆ ਵਿਚਾਰਾ, ਤੇ ਅੱਲਾਹ ਤਾਲਾ ਇਹਨਾਂ ਕੋਲੋਂ ਉਹਦੀ ਜਾਨ ਛਡਾਵੇ। ਬਸ ਵਿਚਾਰਾ ਫਸਿਆ ਖੜਾ ਹੈ, ਅੱਲਾਹ ਤਾਲਾ ਖੈਰ ਕਰੇ ਯਾਰ। ਇੱਧਰ ਆ ਕੰਮ ਚੱਲ ਰਿਹਾ ਵਾ, ਗੱਲ ਕਰਦੇ ਰਹਾਂਗੇ, ਉਹ ਦੂਸਰੀ ਵੀ ਕਸਮ ਵਾਲੀ ਵੀ। ਬਾਕੀ ਆਹ ਮਾਹੌਲ ਦੇਖੋ ਕੈਸਾ ਬਣਾ ਰਿਹਾ ਆ ਗੇਟ ਆ, ਬਹੁਤ ਡਾਢਾ ਮਾਹੌਲ ਬਣਾ ਰਿਹਾ। ਤੇ ਹਵੇਲ ਵੀ ਚੰਗਾ ਤਕੜਾ ਬਣਾਇਆ ਵਾ, ਕੋਈ ਛੋਟਾ ਮੋਟਾ ਨਹੀਂ। ਸਾਡੇ ਤੇ ਮਕਾਨਾਂ ਦੀਆਂ ਕੰਧਾਂ ਜਿਹੜੀਆਂ ਵੱਡੀਆਂ ਨਹੀਂ ਹੁੰਦੀਆਂ, ਜਿਹੜੀਆਂ ਇਹ ਲਾਈ ਖੜੇ ਆ, ਚਾਰ ਦੀਵਾਰੀ ਦੀਆਂ ਕੰਧਾਂ ਲਾਈ ਖੜੇ ਉੱਡੀਆਂ ਨਾ। ਆਪ ਸਾਡੀਆਂ ਅੰਦਰਾਂ ਦੇ ਮਕਾਨ ਨਹੀਂ ਹੁੰਦੇ ਹੈਗੇ। ਬਾਕੀ ਸਾਜੇ 22 ਵੀਲਰ ਗੱਡੀ ਆ, ਇਹਦੇ ਤੇ ਲੱਦਿਆ ਹੋਇਆ ਬਲਾਕ ਲੱਦੇ ਹੋਏ ਆ। ਕਸਮ ਜੱਟ ਦੀ ਗੱਲ ਕਰ ਰਿਹਾ ਸੀਗਾ, ਮੈਂ ਕਿਹਾ ਚਲੋ ਅਪਡੇਟ ਦਿੰਦੇ ਜਾਈਏ ਥੋੜੀ ਥੋੜੀ। ਲੇਕਿਨ ਉਹ ਵਿਚਾਰਾ ਨਾ ਇਸ ਟਾਈਮ ਬਹੁਤ ਸਾਰੀ ਮੁਸ਼ਕਲ ਦੇ ਵਿੱਚ ਆ। ਤੇ ਬਾਕੀ ਉਹਦਾ ਭਰਾ ਵੀ ਹੁਣ ਪਿੱਛੇ ਚੜੇ ਤੇ ਹੋਏ ਆ। ਦੇਖੋ ਕੀ ਬਣਦਾ ਵਾ, ਕੀ ਸੂਰਤ ਹਾਲ ਬਣਦੀ ਉਹਨਾਂ ਵਿਚਾਰਿਆਂ ਦੀ। ਬਾਕੀ ਪਰੇਸ਼ਾਨੀ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਪਿਆ ਉਹਨਾਂ ਨੂੰ। ਉਹਨਾਂ ਦੇ ਹੱਥੀ ਇੱਕ ਚੜਿਆ ਸੀਗਾ, ਤੇ ਉਹ ਵੀ ਬਸ ਇਹਨਾਂ ਦੀ ਵਜ੍ਹਾ ਤੋਂ ਨਾ ਅੱਗੇ ਪਿੱਛੇ ਹੋ ਗਿਆ, ਗਵਾਚ ਗਿਆ, ਦੌੜ ਗਿਆ ਇਹਨਾਂ ਕੋਲੋਂ। ਤੇ ਇਹਨਾਂ ਕੋਲੋਂ ਉਹ ਬੰਦਾ ਹੀ ਨਹੀਂ ਕਾਬੂ ਹੋਇਆ। ਵੀ ਤੁਸੀਂ ਉਹਨੂੰ ਤਾਂ ਕਾਬੂ ਕਰੋ, ਛਦਾਈਓ ਜਿੱਦਾਂ ਵੀ ਸੀਗਾ ਉਹਨੂੰ ਤਾਂ ਕਾਬੂ ਕਰਦੇ ਨਾ। ਉਹਨੂੰ ਕਾਬੂ ਕਰਕੇ ਤੇ ਆਪਣਾ ਰੱਖਦੇ ਉਹਨੂੰ। ਇਹਨਾਂ ਦੇ ਪਿੱਛੇ ਜਿਹੜਾ ਰਾਜਾ ਗਿਆ ਨਾ, ਰਾਜਾ ਨਹੀਂ ਬੰਦਾ ਠੀਕ ਹੈਗਾ, ਰਾਜਾ ਬੰਦਾ 2 ਨੰਬਰ ਹੀ। ਇਹ ਮੈਂ ਤੁਹਾਨੂੰ ਦੱਸ ਦਿਆਂ, ਹੈ ਤਾਂ ਉਹਨਾਂ ਦਾ ਗੋੜਾ ਬੇਲੀ ਹੈ, ਬਾਕੀ ਉਹ ਬੰਦਾ ਨਹੀਂ ਠੀਕ ਹੈਗਾ। ਉਹਨੂੰ ਆਪਣੇ ਵਲੋਗ ਨਾਲ ਹੀ ਆ, ਉਹ ਵੀ ਮੈਂ ਆਪਣਾ ਵਲੋਗ ਬਣਾ ਕੇ ਚੜ੍ਹ ਹੀ ਜਾਵਾਂ, ਤੇ ਬਾਕੀ ਉਹਨੂੰ ਹੋਰ ਕੁਝ ਵੀ ਨਹੀਂ ਹੈਗਾ, ਠੀਕ ਹੈ। ਤੇ ਰਾਜਾ ਉਹਨਾਂ ਨਾਲ ਜਿਹੜੇ ਮੁੰਡੇ ਦੂਸਰੇ ਗਏ ਸੀਗੇ, ਉਹਨਾਂ ਨਾਲ ਜਲਾਲੀ ਤੇ ਬਲਾਲੀ, ਉਹਨਾਂ ਨਾਲ ਲੜਨ ਲੱਗ ਪਿਆ, ਠੀਕ ਹੈ। ਜਦੋਂ ਉਹਨਾਂ ਨਾਲ ਲੜਨ ਲੱਗ ਪਿਆ, ਪਿੱਛੇ ਜਿਹੜਾ ਗੱਡੀ ਦੇ ਵਿੱਚ ਭਾਈ ਖੜੇ ਸੀਗੇ, ਉਹਨੇ ਉਹ ਮੌਕੇ ਦਾ ਫਾਇਦਾ ਉਠਾਇਆ, ਉਹ ਨਿਕਲ ਕੇ ਦੌੜ ਗਿਆ। ਤੇ ਇਹ ਹੁਣ ਕਿੱਥੋਂ ਉਹਨੂੰ ਲੱਭ ਸਕਦੇ ਆ, ਕਦੇ ਵੀ ਨਹੀਂ ਉਹਨੂੰ ਫੜ ਸਕਦੇ। ਫਿਰ ਉਹ ਉੱਥੋਂ ਦਾ ਪਹਾੜੀ ਇਲਾਕੇ ਦੇ ਰਹਿਣ ਵਾਲਾ ਬੰਦਾ ਆ, ਪਹਾੜਾਂ ਨੂੰ ਜਾਣਦਾ ਆ। ਤੇ ਉਹਨਾਂ ਨੇ ਸਾਜੀ ਇਹਨਾਂ ਦੀ ਵਜ੍ਹਾ ਤੋਂ ਨਿਕਲ ਗਿਆ। ਇਹ ਜ਼ਿਆਦਾ ਕਸੂਰ ਰਾਜੇ ਦਾ ਆ। ਇਹ ਹੁਣ ਜਲਾਲੀ ਬਲਾਲੀ ਤਾਂ ਸਿੱਟੀ ਜਾਣਦਾ ਆ, ਜਲਾਲੀ ਬਲਾਲੀ ਦਾ ਕਸੂਰ ਨਹੀਂ ਹੈਗਾ,
ਜ਼ਿਆਦਾ ਕਸੂਰ ਹੈਗਾ ਰਾਜੇ ਦਾ। ਰਾਜੇ ਦੇ ਥੱਪੜੀਆਂ ਚਾਹੀਦੀਆਂ ਸੀ ਇਹਨਾਂ ਨੂੰ। ਤੇ ਬਾਕੀ ਅੱਲਾਹ ਤਾਲਾ ਖੈਰ ਕਰੇ। ਕਾਸਮ ਬਿਲਕੁਲ ਉਹਨਾਂ ਦੇ ਕਰੀਬ ਦੇ ਵਿੱਚ ਆ। ਹੁਣ ਉਹ ਆਸੇ ਪਾਸੇ ਉਹਨਾਂ ਦਾ ਘੇਰਾ ਹੈ, ਦੇ ਵਿੱਚ ਉਹ ਆ। ਦੇਖੋ ਹੁਣ ਕੀ ਬਣਦਾ, ਵਿਚਾਰੇ ਨਾਲ ਨਿਕਲ ਸਕਦਾ ਜਾਂ ਨਹੀਂ ਨਿਕਲਦਾ। ਇਹਦੀ ਰਾਜੇ ਦੀ ਵਜ੍ਹਾ ਤੋਂ ਸਾਰਾ ਕੰਮ ਨਾ ਖਰਾਬ ਹੋਇਆ ਹੁਣ। ਤੇ ਇਹ ਰਾਜੇ ਨੂੰ, ਇਹਨਾਂ ਨੂੰ ਚਾਹੀਦਾ ਵਾ ਕੋਈ ਬੰਦੇ ਹੋਰ ਮੰਗਾ ਲੈਣ, ਰਾਜੇ ਨੂੰ ਕੰਨੀ ਕਰਾ ਦੇਣ, ਰਾਜੇ ਨੂੰ ਭਜਾ ਦੇਣ, ਰਾਜੇ ਨੂੰ ਨਾ ਰੱਖਣ ਉੱਥੇ। ਰਾਜਾ ਕੋਈ ਨਾ ਕੋਈ ਨਵੀਂ ਸ਼ੈਤਾਨੀ ਕਰੀ ਰੱਖਦਾ ਆ। ਪਹਿਲਾਂ ਉਹਨੇ ਚੰਨ ਮਾਈ ਆ ਉਹਦੇ ਨਾਲ ਕੀਤੀ, ਮੁੜ ਕੇ ਹੁਣ ਕੀ ਕਹਿੰਦੇ ਹੁੰਦੇ ਆ ਇਹਨਾਂ ਨਾਲ, ਇਹ ਨਵੇਂ ਗਏ ਤੇ ਇਹਨਾਂ ਨਾਲ ਪੰਗਾ ਲੈ ਲਿਆ। ਤੇ ਤੁਸੀਂ ਤੇ ਆਪ ਮੁਸੀਬਤ ਦੇ ਵਿੱਚ ਗਏ ਜੇ, ਮੁਸੀਬਤ ਦੇ ਵਿੱਚ ਤੁਰੇ ਫਿਰਦੇ ਜੇ ਉਹਨੂੰ ਲੱਭਣ ਦੇ ਚੱਕਰਾਂ ਦੇ ਵਿੱਚ। ਤੇ ਤੁਹਾਨੂੰ ਕਿਹੜੀ ਲੋੜ ਆ ਵੀ ਆਪਸ ਵਿੱਚ ਲੜਾਈ ਝਗੜਾ ਕਰਨ ਦੀ? ਤੁਹਾਨੂੰ ਤੇ ਆਪਸ ਵਿੱਚ ਇਤਫਾਕ ਹੋਣਾ ਚਾਹੀਦਾ। ਤੇ ਰਾਜਾ ਇਹ ਜਦਬਾਜੀ ਰਾਜਾ ਪਾਰ ਰਿਹਾ ਟੀਮ ਦੇ ਵਿੱਚ। ਰਾਜੇ ਨੂੰ ਚਾਹੀਦਾ ਹੈ ਵੀ ਰਾਜੇ ਦੇ ਨਾ 5-7 ਥੱਪੀਆਂ ਜਾਣ ਤੇ ਰਾਜੇ ਨੂੰ ਭਜਾਇਆ ਜਾਵੇ ਮੇਰੇ ਦੇਖਣ ਦੇ ਵਿੱਚ। ਤੇ ਪਿੱਛੋਂ ਦੂਸਰੇ ਮੁੰਡੇ ਮੰਗਾ ਲੈਣ। ਜਿਹੜਾ ਪਹਿਲਾ ਮੁੰਡਾ ਆਇਆ ਸੀ ਉਹ ਮੁੰਡਾ ਠੀਕ ਸੀਗਾ, ਉਹਨੂੰ ਫਿਕਰ ਸੀਗਾ। ਰਾਜੇ ਨੂੰ ਫਿਕਰ ਨਹੀਂ ਹੈਗਾ। ਰਾਜੇ ਨੂੰ ਥੋੜੀ ਜਿਹੀ ਗੱਲ ਹੁੰਦੀ ਹੈ, ਰੋਣ ਲੱਪਣ ਦਾ ਰੋ ਕੇ ਸੱਚਾ ਹੋ ਜਾਂਦਾ ਆ। ਇਹਦੀ ਇਹ ਗੱਲ ਆ। ਬਾਕੀ ਇੱਦਾਂ ਦੇ ਮਾਹੌਲ ਸਹੌਲ ਉਸਤਾਦ ਜੀ ਬਾਹਰ ਨਿਕਲੇ ਫਿਰਦੇ ਸੀਗੇ। ਮੈਂ ਕਿਹਾ ਚਲੋ ਸੀਨ ਸਾਨ ਲੈਂਦੇ ਰਹੀਏ, ਨਾਲੇ ਥੋੜ੍ਹੀ ਬਹੁਤੀ ਡਿਸਕਸ ਕਰ ਲਈਏ, ਕਿਉਂਕਿ ਉਹ ਵਿਚਾਰੇ ਮੁਸੀਬਤ ਦੇ ਵਿੱਚ ਆ। ਅਸੀਂ ਉਹਨਾਂ ਨੂੰ ਪਿੱਛੇ ਤਾਂ ਨਹੀਂ ਜਾ ਸਕਦੇ, ਲੇਕਿਨ ਕੋਈ ਡਿਸਕਸ ਕਰ ਸਕਦੇ ਹਾਂ ਅਸੀਂ, ਉਹ ਕਰਦੇ ਪਏ ਹਾਂ। ਤੇ ਲੇਕਿਨ ਡਿਸਕਸ ਹੀ ਕਰ ਸਕਦੇ ਹਾਂ ਅਸੀਂ ਤੇ ਯਾਰ, ਹੋਰ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਬਾਕੀ ਉਹ ਬਿਹਤਰ ਜਾਣਦੇ ਆ, ਉਹਦਾ ਭਰਾ ਆ ਕਰ ਨਾਲ। ਫਿਰ ਉਹਨੂੰ ਆਦਲ ਨੂੰ ਪਤਾ ਨਹੀਂ ਕੀ ਬਣਿਆ, ਆਦਲ ਨਾ ਹੀ ਨਹੀਂ ਲੈ ਰਿਹਾ ਕਾਸਮ ਦਾ। ਉਹ ਆਪਣੀਆਂ ਮਸਤੀਆਂ ਦੇ ਵਿੱਚ ਤੁਰੇ ਫਿਰਦੇ ਆ, ਉੱਧਰ ਆਪਣੀ ਮੁਸੀਬਤ ਪਾ ਲਈ ਉਹਨਾਂ ਨੇ। ਗੱਲ ਉਹੀ ਗੱਲ ਪਾਈ ਆ, ਉਹ ਨਹੀਂ ਵਜਾਉਣ ਦੇ ਆ। ਕਾਸਮ ਨੂੰ ਤਾਂ ਭੁੱਲ ਗਿਆ ਵਾ, ਬਿਲਕੁਲ ਹੀ ਭੁੱਲਿਆ ਖੜਾ ਵਾ। ਕੋਈ ਸਮਝ ਨਹੀਂ ਆ ਰਹੀ ਵੀ ਇੱਦਾਂ ਉਹ ਕਾਹਤੋਂ ਕਰ ਰਿਹਾ ਵਾ। ਬਾਕੀ ਰਾਤੀ ਮੈਂ ਦੇਖਿਆ ਉਹਨਾਂ ਦਾ ਵੀ ਵਲੋਗ, ਆਖਰੀ ਪਠਾਨ ਦਾ ਤੇ ਆਦਲ ਦਾ। ਉਹ ਆਪਣੇ ਇੰਜੋਏ ਦੇ ਵਿੱਚ ਹੀ ਤੁਰੇ ਫਿਰਦੇ ਆ। ਕੋਈ ਸਮਝ ਨਹੀਂ ਆ ਰਹੀ ਵੀ ਕੀ ਕਰ ਰਹੇ ਉਹ। ਜਿਹਨੂੰ ਕਾਸਮ ਜੱਟ ਦਾ ਇੰਨਾ ਫਿਕਰ ਸੀਗਾ, ਉਹ ਕਿਵੇਂ ਭੁੱਲਿਆ ਖੜਾ? ਜਾਂ ਤੇ ਉਹ ਵੈਸੇ ਆਪਣੇ ਆਪ ਨੂੰ ਛੁਪਾਈ ਖੜਾ ਵਾ, ਭੁੱਲਿਆ ਖੜਾ ਵਾ, ਲੇਕਿਨ ਕੋਈ ਸਮਝ ਨਹੀਂ ਆ ਰਹੀ। ਤੇ ਨੰਮੀ ਹੁਣੇ ਗਏ ਹੋਏ ਉਹਦਾ, ਉਹਨੂੰ ਚਾਹੀਦਾ ਵੀ ਉਹਨਾਂ ਤੱਕ ਪਹੁੰਚ ਜਾਵੇ। ਉਹਨਾਂ ਤੱਕ ਤੇ ਪਹੁੰਚ ਸਕਦਾ ਨਾ, ਉਹਨਾਂ ਤੱਕ ਪਹੁੰਚੇ ਨਹੀਂ ਪਹੁੰਚ ਰਿਹਾ, ਬਸ ਆਪਣੀ ਮਸਤੀ ਦੇ ਵਿੱਚ ਹੀ ਆ। ਲਓ ਉਸਤਾਦ ਜੀ ਨਹਾ ਧੋ ਕੇ ਨਵੀਂ ਜਗ੍ਹਾ 'ਤੇ ਨਿਕਲ ਪਏ ਆ। ਮੈਂ ਕਿਹਾ ਚਲੋ ਵਲੋਗ ਸ਼ੂਟ ਕਰੀਏ, ਕੰਮ ਕਰੀਏ ਕੰਮ। ਉਸਤਾਦ ਜੀ ਮਾਰਕੀਟ ਤਿਆਰ ਹੋ ਗਈ ਆ, ਆ ਵੀ ਮਾਰਕੀਟ ਤਿਆਰ ਹੋ ਰਹੀ, ਥੋੜੀ ਜਿਹੀ ਬਾਕੀ ਆ ਬਸ। ਆ ਵੀ ਤਿਆਰ ਹੋ ਗਈ, ਆ ਵੀ ਤਿਆਰ ਹੋ ਗਈਆਂ, ਮਾਰਕੀਟਾਂ ਤਿਆਰ ਹੋ ਗਈਆਂ ਉਸਤਾਦ ਜੀ। ਇੱਥੇ ਇੱਕ ਥੋੜ੍ਹਾ ਜਿਹਾ ਦੂਰ ਜਾਣਾ ਪੈਂਦਾ ਸੀ ਚੀਜ਼ ਲੈਣ ਵਾਸਤੇ ਨਾ, ਤੇ ਹੁਣ ਬਿਲਕੁਲ ਨਜ਼ਦੀਕ ਮਾਰਕੀਟਾਂ ਬਣਦੀਆਂ ਜਾਂਦੀਆਂ, ਕਿਉਂਕਿ ਜਗ੍ਹਾ ਹਾਰੇ ਨਵੇਂ ਆ ਨਾ। ਤੇ ਇਸ ਪਾਰੋਂ ਇੱਥੇ ਪਹਿਲੋਂ ਐਡਾ ਨਿਜ਼ਾਮ ਨਹੀਂ ਸੀ ਹੈਗਾ। ਹੁਣ ਮਾਸ਼ਾਅੱਲਾ ਮਾਰਕੀਟਾਂ ਬਣਦੀਆਂ ਜਾਂਦੀਆਂ, ਭਰਦੇ ਜਾਂਦੇ ਹਾਰੇ। ਕਿਉਂਕਿ ਜਿੱਦਾਂ ਲੋਕਾਂ ਨੇ ਹੁਣ ਇੱਧਰ ਆਈ ਜਾਂਦੇ ਨਾ, ਜਗ੍ਹਾ ਖਰੀਦੀ ਜਾਂਦੇ ਆ, ਤੇ ਅਗਲੇ ਆਪਣਾ ਰੈਸ਼ਾਂ ਕਰੀ ਜਾਂਦੇ ਆ। ਇੱਦਾਂ ਦੇ ਨਿਜ਼ਾਮ ਬਣ ਗਏ ਆ। ਮੈਂ ਕਿਹਾ ਚਲੋ ਵਲੋਗ ਸ਼ੂਟ ਕਰਦੇ ਜਾਈਏ। ਦੇਖੋ ਨਾ ਹੁਣ ਹਰ ਜਗ੍ਹਾ ਤੇ ਕੰਮ, ਉਹ ਵੀ ਕੋਠੀ ਬਣਨ ਦੀ ਹੈ। ਇਹ ਵੀ ਲੋਕ ਨਵੇਂ ਆਏ ਆ। ਇੱਧਰ ਤਿਆਰ ਆ, ਉਹ ਵੀ ਨਵੀਂ ਬਣੀ ਆ। ਆ ਇੱਦਾਂ ਕਰਕੇ ਨਾ ਇੱਧਰ ਲੋਕ ਜਿਹੜੇ ਨਾ ਹੁਣ ਢੇਰ ਬੱਸਾਂ ਹੁੰਦੀ ਜਾਂਦੀ ਆ, ਢੇਰ ਲੋਕ ਆਉਂਦੇ ਜਾਂਦੇ ਆ। ਆਪਣਾ ਹੁਣ ਆ ਵੀ ਕੰਮ ਸ਼ੁਰੂ ਹੋ ਗਿਆ, ਉਹ ਕਰੇਨ ਲੱਗੀ ਹੋਈ ਟੋਇਆ ਪੱਟਣ ਦੀ ਹੈ। ਥੱਲੇ ਟੋਇਆ ਪੱਟਦੇ ਹੁੰਦੇ ਨਾ, ਖਦਾਨ ਮਤਲਬ ਪਾਣੀ ਵਾਲਾ ਥੱਲੇ ਬਣਾਉਂਦੇ ਹੁੰਦੇ, ਜਿੱਥੇ ਟੈਂਕੀ ਲਵਾਉਣੀ ਹੁੰਦੀ ਇਹਨਾਂ ਨੇ, ਚੰਗਾ ਤਗੜਾ ਬਣਾਉਣਾ ਹੁੰਦਾ ਉਹ। ਤੇ ਆ ਵੀ ਮੁਕੰਮਲ ਹੋ ਗਿਆ, ਮੁਕੰਮਲ ਪਲਸਤਰ ਦਾ ਕੰਮ ਚਾਲੂ ਹੈ ਇਹਦੇ 'ਚ ਵੀ। ਇੱਦਾਂ ਦਾ ਹਿਸਾਬ ਕਿਤਾਬ ਆ ਵੀ ਨਵੀਆਂ ਬਿਲਡਿੰਗਾਂ ਬਣ ਗਈਆਂ। ਹਲੇ ਵੀ ਇੱਧਰ ਵੀ
ਤਿਆਰੀ ਹੋਣ ਲੱਗ ਪਈ, ਮੈਨੂੰ ਲੱਗਦਾ ਬਜਰੀ ਆ ਗਈ ਹੈ। ਆ ਵੀ ਕੰਮ ਨੇੜੇ ਲੱਗ ਗਿਆ ਹੈ। ਇਦਾਂ ਕਰਕੇ ਮਾਹੌਲ ਸ਼ਹੌਲ ਇੱਥੇ ਜਿਹੜੇ ਨਾ ਹੁਣ ਸਿੱਧੇ ਪੱਧਰੇ ਹੁੰਦੇ ਜਾਂਦੇ ਆ, ਕਾਫੀ ਨਿਜ਼ਾਮ ਬਣਦਾ ਜਾਂਦਾ। ਅਸੀਂ ਸਿੱਧੇ ਨਿਕਲਦੇ ਹਾਂ, ਹੁਣ ਅਸੀਂ ਕੀ ਕਰਨਾ ਇੱਥੇ ਰੁਕ ਕੇ। ਮੈਂ ਕਿਹਾ ਚਲੋ ਰੁਕਦੇ ਹਾਂ, ਨਹੀਂ ਤੇ ਬਰਲ ਨਹੀਂ। ਲਓ ਜੀ ਆ ਸਕੂਲ ਆ ਗਿਆ, ਅਸੀਂ ਇੱਥੋਂ ਸਕੂਲ ਚੱਕਣਾ ਵਾ। ਉਹ ਜਨਾਨੀ ਫਿਰਦੀ, ਉਹਨੇ ਦੇਖ ਲਿਆ ਨਾ ਕੈਮਰਾ ਆਉਣਾ ਤਾਂ ਮਸਲਾ ਬਣ ਜਾਏਗਾ। ਤੇ ਬਸ ਕੈਮਰਾ ਬੰਦ ਕਰਦੇ ਪਏ ਆ। ਹੁਣ ਇੱਥੇ ਗੱਡੀ ਕਿਤੇ ਖੜੀ ਕਰਦੇ ਆ। ਲਓ ਜੀ ਅੱਜ ਪਾਰਕਿੰਗ ਇੱਥੇ ਕੋਈ ਨਹੀਂ ਹੈਗੀ, ਇੱਥੇ ਜਾ ਕੇ ਪਾਰਕਿੰਗ ਬਚੀ ਆ। ਚਲੋ ਇੱਥੇ ਖੜੀ ਕਰਦੇ ਆ ਗੱਡੀ, ਬੈਕ ਲਾਉਂਦੇ ਆ। ਲਓ ਸੋ ਜੀ ਇੱਥੇ ਆ ਗਏ ਮੈਦਾਨੇ ਸ਼ਾਮ ਤੇ। ਇਹਦਾ ਨਾਂ ਆ ਮੈਦਾਨ ਸ਼ਾਮ। ਇੱਥੋਂ ਮਿਲਦਾ ਆ ਮਸਲਨ ਸ਼ਵਾਰਮੇ ਸ਼ਵੂਰਮੇ ਵਗੈਰਾ, ਬਰਗਰ ਸ਼ਰਗਰ, ਖਾਣ ਪੀਣ ਵਾਲੀਆਂ ਚੀਜ਼ਾਂ ਨਾ, ਬੜੀਆਂ ਟੋਰੀ ਚੀਜ਼ਾਂ। ਮਸਲਨ ਜਾਇਜ਼ ਪੈਸਿਆਂ ਨਾਲ, ਜਾਇਜ਼ ਪੈਸਿਆਂ ਨਾਲ, ਇੱਥੇ ਘੱਟ ਪੈਸਿਆਂ ਨਾਲ। ਜਾਇਜ਼ ਪੈਸੇ ਦਾ ਮਕਸਦ ਹੈ ਵੀ ਘੱਟ, ਠੀਕ ਹੈ। ਤੇ ਇੱਥੇ ਸਾਡਾ ਮੁੰਡਾ ਹੈਗਾ ਕਬੀਲ ਦਾ, ਉਹ ਇੱਥੇ ਹੁੰਦਾ ਉਹ ਕਹਿੰਦਾ ਇਹ ਠੀਕ ਆ, ਘੱਟ ਪੈਸੇ ਲੈਂਦੇ ਆ। ਤੇ ਬਾਕੀ ਠੀਕ ਹੈ, ਅਸੀਂ ਇਸ ਵਲੋਗ ਦਾ ਇੱਥੇ ਐਂਡ ਕਰਦੇ ਪਏ ਹਾਂ। ਬਾਕੀ ਇਨਸ਼ਾਅੱਲਾ ਮਿਲਾਂਗੇ ਨਵੀਂ ਵੀਡੀਓ ਨਾਲ, ਨਵੀਆਂ ਗੱਲਾਂ ਨਾਲ। ਜੇ ਤੁਹਾਨੂੰ ਸਾਡਾ ਵਲੋਗ ਚੰਗਾ ਲੱਗਿਆ ਹੋਵੇ, ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਔਰ ਸ਼ੇਅਰ ਕਮੈਂਟ ਕਰਿਆ ਜੇ। ਤੇ ਬਾਕੀ ਇਨਸ਼ਾਅੱਲਾ ਮਿਲਾਂਗੇ ਨਵੀਂ ਵੀਡੀਓ ਨਾਲ, ਤਬ ਤक के लिए अल्लाह हाफिज़।